ਭਾਰਤ ਦੁਨੀਆ ਦੇ ਵੱਡੇ ਲੋਕਤੰਤਰਿਕ ਦੇਸ਼ਾਂ ਦੇ ਵਿੱਚੋਂ ਇੱਕ ਹੈ, ਪਰ ਕਰੋਨਾ ਕਾਲ ਦੇ ਦੌਰਾਨ ਭਾਰਤ ਦੀ ਛਵੀ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਖਰਾਬ ਹੋਈ ਹੈ। ਸਰਕਾਰ ਦੇ ਵੱਲੋਂ ਕਰੋਨਾ ਵੈਕਸੀਨ ਨੂੰ ਲੈ ਕੇ ਕਦੇ ਕੁਝ ਕਿਹਾ ਜਾਂਦਾ ਹੈ ਤੇ ਕਦੇ ਕੁਝ ਕਿਹਾ ਜਾਂਦਾ, ਜਿਸ ਨੂੰ ਲੈ ਕੇ ਸਰਕਾਰ ਤੇ ਮੋਦੀ ਸਰਕਾਰ ਤੇ ਸਵਾਲ ਵੀ ਉੱਠੇ ਸਨ। ਕਦੇ ਸਰਕਾਰ ਇਹ ਕਹਿੰਦੀ ਹੈ ਕਿ ਵੈਕਸੀਨ ਦੀ ਇੱਕ ਡੋਜ਼ ਹੀ ਕਾਫੀ ਹੈ ਤੇ ਕਦੇ ਇਹ ਕਹਿ ਦਿੱਤਾ ਜਾਂਦਾ ਹੈ ਕਿ 2 ਡੋਜ਼ਸ ਜ਼ਰੂਰੀ ਨੇ, 2 ਡੋਜ਼ਸ ਦੇ ਨਾਲ ਹੀ ਕੋਈ ਵਿਅਕਤੀ ਠੀਕ ਹੋ ਸਕਦਾ ਹੈ। ਪਰ ਹੁਣ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਵਿਸ਼ੀਲਡ ਵੈਕਸੀਨ ਹੈ ਜੋ ਭਾਰਤ ਦੇ ਵਿੱਚ ਲੋਕਾਂ ਨੂੰ ਲਗਾਈ ਜਾ ਰਹੀ ਹੈ, ਉਸ ਦੀ ਇੱਕ ਡੋਜ਼ ਹੀ ਕਾਫੀ ਹੈ। ਆਖਿਰ ਕਿਉਂ ਸਰਕਾਰ ਆਪਣਾ ਸਟੈਂਡ ਸਪਸ਼ਟ ਨਹੀਂ ਕਰ ਪਾ ਰਹੀ ਕਿ ਕੋਵਿਡ ਸ਼ੀਲਡ ਦੀ महज 1 डोज काफी है ਜਾਂ ਫਿਰ 2? की सरकार ਦੀ ਇਹ ਨਵੀਂ ਨੀਤੀ ਹੈ ਜਾਂ ਫਿਰ ਲੋਕਾਂ ਨੂੰ ਸਰਕਾਰ ਦੇ ਵੱਲੋਂ बेवकूफ बनाया जा रहा ਜਾਂ ਫਿਰ ਸਰਕਾਰ ਲੋਕਾਂ ਨੂੰ बेवकूफ ही समझ रही है? आखिर सरकार ਇਹ स्टैंड क्यों नहीं ले पा रही कि कोविशील्ड वैक्सीन ਦੀ 1 डोज लगनी चाहिए है ਜਾਂ ਫਿਰ 2 डोज लगनियां चाहिए ने? ਤਾਂ ਕਰੋਨਾ ਕਾਲ ਦੇ ਦੌਰਾਨ ਭਾਰਤ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ? ਜਿੱਥੇ ਸੰਕਟ ਦੇ ਨਾਲ ਲੋਕ ਜੂਝ ਰਹੇ ਨੇ, ਉੱਥੇ ਹੀ ਸਰਕਾਰ ਇਹ ਸਪਸ਼ਟ ਕਿਉਂ ਨਹੀਂ ਕਰ ਪਾ ਰਹੀ ਕਿ ਕੋਵਿਸ਼ੀਲਡ ਵੈਕਸੀਨ ਹੈ ਜੋ ਲੋਕਾਂ ਨੂੰ ਲਗਾਈ ਜਾ ਰਹੀ ਹੈ ਉਸ ਦੀ 1 ਡੋਜ਼ ਕਾਫੀ ਹੈ ਜਾਂ ਫਿਰ 2? ਕਦੇ ਕਹਿ ਦਿੱਤਾ ਜਾਂਦਾ ਕਿ 1 ਡੋਜ਼ ਦੇ ਨਾਲ ਹੀ ਇਮਿਊਨਿਟੀ ਬੂਸਟ ਹੋ ਸਕਦੀ ਹੈ ਤੇ ਕਦੇ ਕਹਿ ਦਿੱਤਾ ਜਾਂਦਾ ਕਿ 2 ਡੋਜ਼ ਲਗਵਾਉਣੀਆਂ ਹੀ ਪੈਣਗੀਆਂ। ਹਾਲਾਂਕਿ ਜਦੋਂ ਤੋਂ ਕੋਵਿਸ਼ੀਲਡ ਲੱਗ ਰਹੀ ਹੈ ਉਦੋਂ ਤੋਂ ਹੀ 2 ਡੋਜ਼ਸ ਲਗਾਈਆਂ ਜਾ ਰਹੀਆਂ ਨੇ। ਪਹਿਲਾਂ ਵੀ ਇਹ ਚਰਚਾਵਾਂ ਸਨ ਕਿ ਕੋਵਿਸ਼ੀਲਡ ਦੀ ਇੱਕੋ ਡੋਜ਼ ਕਾਫੀ ਹੁੰਦੀ ਹੈ, ਪਰ ਬਾਅਦ ਦੇ ਵਿੱਚ ਕੋਵਿਸ਼ੀਲਡ ਦੀਆਂ 2 ਡੋਜ਼ਸ ਹੀ ਲਗਾਈਆਂ ਜਾ ਰਹੀਆਂ ਨੇ। ਪਰ ਸਰਕਾਰ ਇਹ ਸਟੈਂਡ ਸਪਸ਼ਟ ਨਹੀਂ ਕਰ ਪਾ ਰਹੀ ਹੈ ਕਿ ਲੋਕਾਂ ਦੇ 1 ਡੋਜ਼ ਲੱਗਣੀ ਚਾਹੀਦੀ ਹੈ ਜਾਂ ਫਿਰ 2। ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ 1 ਹੀ ਡੋਜ਼ ਕਾਫੀ ਹੈ। ਰਿਪੋਰਟਸ ਦੇ ਮੁਤਾਬਿਕ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਰਕਾਰ ਇਹ ਕਹਿ ਰਹੀ ਹੈ ਕਿ 1 ਡੋਜ਼ ਹੀ ਕੋਵਿਸ਼ੀਲਡ ਦੀ ਕਾਫੀ ਹੈ, ਜਿਸ ਦੇ ਨਾਲ ਕਿ ਇਮਿਊਨਿਟੀ ਬੂਸਟ ਹੋ ਸਕਦੀ ਹੈ ਤੇ ਕੋਈ ਵਿਅਕਤੀ ਠੀਕ ਹੋ ਸਕਦਾ। ਤਾਂ ਸਰਕਾਰ ਤੇ ਵੱਡੇ ਸਵਾਲ ਨੇ ਕਿ ਆਖਿਰ ਸਟੈਂਡ ਕਿਉਂ ਨਹੀਂ ਸਪਸ਼ਟ ਕੀਤਾ ਜਾ ਰਿਹਾ? ਆਖਿਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ? ਕਰੋਨਾ ਦਾ ਕਾਲ ਚੱਲ ਰਿਹਾ ਹੈ ਪਿਛਲੇ 1.5 ਸਾਲ ਤੋਂ। ਹਾਲਾਂਕਿ ਬਾਅਦ ਦੇ ਵਿੱਚ ਵੈਕਸੀਨ ਤਿਆਰ ਕਰ ਲਈ ਗਈ ਸੀ ਤੇ ਇਸੇ ਦੇ ਦਰਮਿਆਨ ਹੀ ਭੰਬਲ ਭੂਸੇ ਦੇ ਵਿੱਚ ਲੋਕਾਂ ਨੂੰ ਕਿਉਂ ਰੱਖਿਆ ਗਿਆ ਹੈ ਕਿ ਕੋਵਿਸ਼ੀਲਡ ਵੈਕਸੀਨ ਦੀ 1 ਡੋਜ਼ ਲਗਾਈ ਜਾਵੇ ਜਾਂ ਫਿਰ 2? ਸਰਕਾਰ ਖੁਦ ਹੀ ਕਿਉਂ ਸਾਫ਼ ਨਹੀਂ ਕਰ ਸਕਦੀ ਹੈ ਕਿ 1 ਵੈਕਸੀਨ ਦੀ ਡੋਜ਼ ਲੱਗਣੀ ਚਾਹੀਦੀ ਹੈ ਜਾਂ ਫਿਰ 2 ਲੱਗਣੀਆਂ ਚਾਹੀਦੀਆਂ ਨੇ? ਸਰਕਾਰ ਦੀ ਇਹ ਕਿਹੜੀ ਨੀਤੀ ਹੈ? ਲੋਕਾਂ ਦੇ ਨਾਲ ਅਜਿਹਾ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਬੇਵਕੂਫ ਸਮਝਿਆ ਜਾ ਰਿਹਾ ਹੈ ਕਿ ਜੋ ਸਰਕਾਰ ਕਹਿ ਦੇਗੀ ਲੋਕ ਉਹੀ ਮੰਨ ਲੈਣਗੇ? ਸਰਕਾਰਾਂ ਤੇ ਵੱਡੇ ਸਵਾਲ ਉੱਠੇ ਨੇ, ਗੱਲ ਚਾਹੇ ਪੰਜਾਬ ਸਰਕਾਰ ਦੀ ਕਰ ਲਈ ਜਾਵੇ ਜਾਂ ਫਿਰ ਸੈਂਟਰ ਦੇ ਵਿੱਚ ਮੋਦੀ ਸਰਕਾਰ ਦੀ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੈਕਸੀਨ ਦਾ ਮੁੱਦਾ ਪੰਜਾਬ ਦੇ ਵਿੱਚ ਵੀ ਗਰਮਾਇਆ ਹੋਇਆ। ਵਿਰੋਧੀਆਂ ਦੇ ਵੱਲੋਂ ਕੈਪਟਨ ਸਰਕਾਰ ਦੇ ਉੱਤੇ ਸਵਾਲ ਚੁੱਕੇ ਗਏ ਨੇ ਕਿ ਕੈਪਟਨ ਸਰਕਾਰ ਮਹਿੰਗੇ ਭਾਅ ਦੇ ਉੱਤੇ ਵੈਕਸੀਨ ਵੇਚ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 400 ਰੁਪਏ ਦੀ ਜੋ ਵੈਕਸੀਨ ਹੈ ਸਰਕਾਰ ਨੂੰ ਮਿਲੀ ਸੀ ਉਹ 1000 ਰੁਪਏ ਦੇ ਵਿੱਚ ਵੇਚੀ ਗਈ ਹੈ, ਜਿਸ ਦਾ ਮੁੱਦਾ ਅਕਾਲੀ ਦਲ ਦੇ ਵੱਲੋਂ ਵੀ ਚੁੱਕਿਆ ਗਿਆ, ਜਿਸ ਦਾ ਮੁੱਦਾ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਚੁੱਕਿਆ ਗਿਆ। ਪ੍ਰਦਰਸ਼ਨ ਕੀਤੇ ਗਏ ਦੋਹਾਂ ਹੀ ਪਾਰਟੀਆਂ ਦੇ ਵੱਲੋਂ। ਮੋਹਾਲੀ, ਚੰਡੀਗੜ੍ਹ ਦੇ ਵਿੱਚ ਕੈਪਟਨ ਸਰਕਾਰ ਦੇ ਖਿਲਾਫ ਕਿਹਾ ਗਿਆ ਸੀ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਡਿਸਮਿਸ ਕੀਤਾ ਜਾਵੇ। ਇਸ ਪੂਰੇ ਮਾਮਲੇ ਦੀ CBI ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਕੈਪਟਨ ਸਰਕਾਰ ਲੁੱਟ ਰਹੀ ਹੈ ਲੋਕਾਂ ਨੂੰ, ਲੁਟੇਰੀ ਸਰਕਾਰ ਕਿਹਾ ਗਿਆ ਸੀ ਕਿ ਵੈਕਸੀਨ ਦੇ ਨਾਂ ਤੇ ਸਰਕਾਰ ਲੋਕਾਂ ਦੇ ਵਿਚਕਾਰ ਲੁੱਟ ਮਚਾ ਰਹੀ ਹੈ। ਲੁਟੇਰੀ ਸਰਕਾਰ ਦੱਸਿਆ ਗਿਆ ਸੀ ਕਿ ਆਖਿਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਸਰਕਾਰ ਕਿਉਂ ਖਿਲਵਾੜ ਕਰ ਰਹੀ ਹੈ। ਇਸੇ ਨੂੰ ਦੇਖਦੇ ਹੋਏ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਪ੍ਰੋਟੈਸਟ ਕੀਤਾ ਗਿਆ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਤੇ ਨਾਲ ਦੀ ਨਾਲ ਹੀ ਅਕਾਲੀ ਦਲ ਦੇ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ, ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ, ਜਿਸ ਤੋਂ ਬਾਅਦ CM ਕੈਪਟਨ ਨੇ ਐਕਸ਼ਨ ਲੈਂਦੇ ਹੋਏ ਇਹਨਾਂ ਦੋਨਾਂ ਹੀ ਪਾਰਟੀਆਂ ਤੇ ਪਰਚੇ ਦਰਜ ਕਰ ਦਿੱਤੇ ਸਨ। ਆਦੇਸ਼ ਦਿੱਤੇ ਸਨ ਕਿ ਦੋਨਾਂ ਹੀ ਪਾਰਟੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੋਨਾਂ ਹੀ ਪਾਰਟੀਆਂ ਦੇ ਵੱਲੋਂ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਤਾਂ ਪੰਜਾਬ ਦੇ ਵਿੱਚ ਵੀ ਮੁੱਦਾ ਗਰਮਾਇਆ ਹੋਇਆ ਵੈਕਸੀਨ ਨੂੰ ਲੈ ਕੇ ਤੇ ਪੰਜਾਬ ਦਾ ਇਹ ਮੁੱਦਾ ਕੱਲੇ ਪੰਜਾਬ ਤੱਕ ਹੀ ਸੀਮਿਤ ਨਹੀਂ ਰਿਹਾ ਸੀ, ਕੇਂਦਰ ਤੱਕ ਇਸ ਮੁੱਦੇ ਦੇ ਚਰਚੇ ਹੋਏ ਸਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੇ ਵੱਲੋਂ ਵੀ ਕਿਹਾ ਗਿਆ ਸੀ ਰਾਹੁਲ ਗਾਂਧੀ ਜੋ ਕਿ ਮੋਦੀ ਸਰਕਾਰ ਤੇ ਸਵਾਲ ਚੁੱਕਦੇ ਨੇ, ਉਹ ਜਿਨ੍ਹਾਂ ਦੀਆਂ ਸੂਬੇ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਜਾ ਕੇ ਦੱਸਣ ਕਿ ਕਿਵੇਂ ਉਹ ਲੁੱਟ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਵੈਕਸੀਨ ਮਹਿੰਗੇ ਭਾਅ ਤੇ ਵੇਚੀ ਜਾ ਰਹੀ ਸੀ ਤੇ ਉਧਰ ਹੀ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਟਵੀਟ ਕਰਦੇ ਰਹੇ ਨੇ ਰਾਹੁਲ ਗਾਂਧੀ। ਤੇ ਪ੍ਰਕਾਸ਼ ਜਾਵੜੇਕਰ ਦੇ ਵੱਲੋਂ ਕਿਹਾ ਗਿਆ ਸੀ ਰਾਹੁਲ ਗਾਂਧੀ ਨੂੰ ਕਿ ਦੂਜਿਆਂ ਦੇ ਉੱਤੇ ਭਾਸ਼ਣ ਦੇਣ ਤੋਂ ਪਹਿਲਾਂ ਉਸ ਵੱਲ ਧਿਆਨ ਦੇਣ ਕਿ ਜਿੱਥੇ ਵੀ ਕਾਂਗਰਸ ਦੀ ਸਰਕਾਰ ਹੈ ਉਹ ਧਿਆਨ ਦੇਵੇ ਕਿ ਲੋਕਾਂ ਦੀ ਜ਼ਿੰਦਗੀ ਕਿਵੇਂ ਬਚਾਉਣੀ ਹੈ, ਨਾ ਕਿ ਦੂਜੀ ਸਰਕਾਰ ਤੇ ਯਾਨੀ ਮੋਦੀ ਸਰਕਾਰ ਦੇ ਉੱਤੇ ਸਵਾਲ ਚੁੱਕੇ। ਕਿਉਂਕਿ ਉਹਨਾਂ ਵੀ ਕਿਹਾ ਸੀ ਕਿ ਪੰਜਾਬ ਨੂੰ 14 ਲੱਖ ਤੋਂ ਵੱਧ ਡੋਜ਼ ਦਿੱਤੀਆਂ ਜਾ ਚੁੱਕੀਆਂ ਨੇ, ਪਰ ਪੰਜਾਬ ਸਰਕਾਰ ਦੇ ਵੱਲੋਂ ਲੁੱਟ ਕੀਤੀ ਜਾ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ
1000 ਰੁਪਏ ਦੀ ਵੈਕਸੀਨ ਵੇਚੀ ਜਾ ਰਹੀ ਹੈ। ਹਾਲਾਂਕਿ ਬਾਅਦ ਦੇ ਵਿੱਚ ਸਿਹਤ ਮੰਤਰੀ ਦੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਸੀ ਕਿ ਪੈਸੇ ਬਚੇ ਨੇ ਜੋ ਉਹ ਰਿਫੰਡ ਹੋ ਜਾਣਗੇ, ਅਜਿਹੀ ਜੋ ਲੁੱਟ ਕੀਤੀ ਜਾ ਰਹੀ ਹੈ ਉਹ ਨਹੀਂ ਹੋਵੇਗੀ। ਪਰ ਵਿਰੋਧੀਆਂ ਦੇ ਵੱਲੋਂ ਇਹ ਮੁੱਦਾ ਜ਼ਰੂਰ ਚੁੱਕਿਆ ਗਿਆ ਸੀ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਪ੍ਰੋਟੈਸਟ ਵੀ ਹੋਏ ਸਨ। ਤੇ ਹੁਣ ਕੇਂਦਰ ਦੀ ਜੇ ਗੱਲ ਕਰ ਲਈ ਜਾਵੇ, ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਸਰਕਾਰਾਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਨਹੀਂ ਦੇ ਸਕੀਆਂ। ਸਟੈਂਡ ਹੀ ਸਪਸ਼ਟ ਨਹੀਂ ਕੀਤਾ ਜਾ ਰਿਹਾ ਕਿ ਕੋਵਿਸ਼ੀਲਡ ਜੋ ਵੈਕਸੀਨ ਲਗਾਈ ਜਾ ਰਹੀ ਹੈ ਉਸ ਦੀ 1 ਡੋਜ਼ ਲੱਗਣੀ ਚਾਹੀਦੀ ਹੈ ਜਾਂ ਫਿਰ 2। ਸਰਕਾਰ ਲੋਕਾਂ ਦੇ ਨਾਲ ਅਜਿਹਾ ਕਿਉਂ ਕਰ ਰਹੀ ਹੈ? ਆਪਣੇ ਮੁਨਾਫੇ ਦੇ ਲਈ ਲੋਕਾਂ ਦੇ ਨਾਲ, ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ? ਕਿਉਂਕਿ ਸੰਕਟ ਚੱਲ ਰਿਹਾ, ਕਰੋਨਾ ਕਾਲ ਚੱਲ ਰਿਹਾ, ਪਿਛਲੇ 1.5 ਸਾਲ ਤੋਂ ਪੂਰਾ ਦੇਸ਼ ਇਸ ਸੰਕਟ ਦੀ ਘੜੀ ਦੇ ਨਾਲ ਜੂਝ ਰਿਹਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ, ਕਿਉਂਕਿ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਬੈੱਡ ਮਿਲਣ, ਆਕਸੀਜਨ ਮਿਲਣ, ਜੇਕਰ ਕੋਈ ਬਿਮਾਰ ਜਾਂਦਾ ਹੈ ਤਾਂ ਉਸਦਾ ਉੱਥੇ ਚੰਗੇ ਤਰੀਕੇ ਦੇ ਨਾਲ ਇਲਾਜ ਹੋਵੇ। ਪਰ ਇੱਥੇ ਇਹ ਕਿ ਸਰਕਾਰ ਆਪਣਾ ਸਟੈਂਡ ਹੀ ਸਪਸ਼ਟ ਨਹੀਂ ਕਰ ਪਾ ਰਹੀ ਹੈ ਕਿ ਕਿਸੇ ਨੂੰ ਜੋ ਵੈਕਸੀਨ ਲਗਾਈ ਜਾ ਰਹੀ ਹੈ ਉਸ ਦੀ 1 ਡੋਜ਼ ਦੇਣੀ ਹੈ ਜਾਂ ਫਿਰ 2। ਜੇਕਰ ਕੋਈ ਵੈਕਸੀਨ ਬਣਦੀ ਹੈ ਤਾਂ ਉਸਦਾ ਸਰਕਾਰ ਪਹਿਲਾਂ ਹੀ ਪਲਾਨ ਕਰ ਲੈਂਦੀ ਹੈ ਕਿ ਇਸ ਦਾ ਕਿਵੇਂ ਇਸਤੇਮਾਲ ਹੋਣਾ ਹੈ। ਪਰ ਹਾਲੇ ਤੱਕ ਸਪਸ਼ਟ ਹੀ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ। ਕਦੇ ਕਹਿ ਦਿੱਤਾ ਜਾਂਦਾ ਕਿ 1 ਡੋਜ਼ ਲਗਾ ਦਿੱਤੀ ਜਾਵੇਗੀ ਤੇ ਕਦੇ ਕਹਿ ਦਿੱਤਾ ਜਾਂਦਾ ਕਿ 2 ਡੋਜ਼ ਜ਼ਰੂਰੀ ਨੇ। ਤਾਂ ਸਰਕਾਰ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਤਾਂ ਜੋ ਕਿ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਦੇਸ਼ ਭਰ ਤੋਂ ਕਈ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਕਿਸੇ ਨੂੰ ਵੈਕਸੀਨ ਨਹੀਂ ਮਿਲ ਰਹੀ, ਕਿਸੇ ਨੂੰ ਆਕਸੀਜਨ ਨਹੀਂ ਮਿਲ ਰਹੀ, ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲ ਰਹੇ। ਤਾਂ ਸਰਕਾਰ ਨੂੰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਨੇ ਤਾਂ ਜੋ ਕਿ ਸੰਕਟ ਦੀ ਇਸ ਘੜੀ ਦੇ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ ਤੇ ਜੇਕਰ ਕੋਈ ਬਿਮਾਰ ਹੁੰਦਾ ਵੀ ਹੈ ਤਾਂ ਹਸਪਤਾਲ ਦੇ ਵਿੱਚੋਂ ਠੀਕ ਹੋ ਕੇ ਵਾਪਸ ਆਵੇ। ਜੇਕਰ ਕਿਸੇ ਨੂੰ ਵੈਕਸੀਨ ਲੱਗਦੀ ਹੈ ਤਾਂ ਉਹ ਇਨਸਾਨ ਸਿਹਤਯਾਬ ਰਹੇ। ਤਾਂ ਸਰਕਾਰ ਨੂੰ ਇਹ ਚਾਹੀਦਾ, ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਨੇ ਕਿ ਆਖਿਰ ਕਿਉਂ ਸਾਫ਼ ਨਹੀਂ ਕੀਤਾ ਜਾ ਰਿਹਾ ਹੈ, ਕਿਉਂ ਲੋਕਾਂ ਨੂੰ ਸ਼ਸ਼ੋਪੰਜ ਦੇ ਵਿੱਚ ਪਾਇਆ ਜਾ ਰਿਹਾ ਕਿ 1 ਡੋਜ਼ ਲੱਗਣੀ ਜ਼ਰੂਰੀ ਹੈ ਜਾਂ ਫਿਰ 2। ਮੋਦੀ ਸਰਕਾਰ ਦੇ ਉੱਤੇ ਵਿਸ਼ਵ ਭਰ ਦੇ ਵਿੱਚ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਭਾਰਤ ਦੀ ਮੋਦੀ ਸਰਕਾਰ ਦੇ ਉੱਤੇ ਸਵਾਲ ਉੱਠੇ ਨੇ। ਛਵੀ ਖਰਾਬ ਹੋ ਰਹੀ ਹੈ ਭਾਰਤ ਦੀ ਤੇ ਭਾਰਤ ਨੂੰ ਚਾਹੀਦਾ ਹੈ ਕਿ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਜਾਵੇ ਕਿ ਆਖਿਰ ਕੋਵਿਸ਼ੀਲਡ ਦੀ 1 ਵੈਕਸੀਨ ਦੀ ਜੋ ਡੋਜ਼ ਹੈ ਲੱਗਣੀ ਚਾਹੀਦੀ ਹੈ ਜਾਂ ਫਿਰ 2 ਡੋਜ਼ਸ ਲੱਗਣੀਆਂ ਚਾਹੀਦੀਆਂ ਨੇ।